ਪਿਆਰੇ ਯਿਸੂ ਨਾਸਰੀ ਦੇ ਸੋਹਣੇ ਪਵਿੱਤਰ ਤੇ ਪਿਆਰੇ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰਾ ਸਲਾਮ। ਮੇਰਾ ਨਾਂ ਡਾਕਟਰ ਤਹਿਸੀਨ ਗੁਲ ਖਾਨ ਹੈ ਤੇ ਬੜਾ ਹੀ ਅਰਸਾ ਹੋ ਗਿਆ ਸੀ ਮੈਂ ਪੰਜਾਬੀ ਦਾ ਵੀਲੌਗ ਨਹੀਂ ਸੀ ਬਣਾਇਆ ਤੇ ਅੱਜ ਫਿਰ ਮੈਂ ਤੁਹਾਡੀ ਖਿਦਮਤ 'ਚ ਆਇਆ ਪੰਜਾਬੀ ਦਾ ਵੀਲੌਗ ਲੈ ਕੇ। ਤੇ ਮੈਨੂੰ ਪਤਾ ਹੈ ਕਿ ਤੁਸੀਂ ਮਿਸ ਵੀ ਕਰਦੇ ਹੋਵੋਗੇ, ਮੈਂ ਖੁਦ ਬੜਾ ਮਿਸ ਕਰਦਾ ਰਿਹਾ ਕਿ ਪੰਜਾਬੀ ਦੇ ਵਿੱਚ ਕਿਉਂ ਨਹੀਂ ਗੱਲ ਕੀਤੀ। ਸਾਡੀ ਮਾਂ ਬੋਲੀ ਹੈ ਔਰ ਉਮੀਦ ਇਹੀ ਹੁੰਦੀ ਹੈ ਕਿ ਜੀ ਪੰਜਾਬੀ 'ਚ ਗੱਲ ਕਰਾਂਗੇ ਤੇ ਸਾਡੇ ਜਿਹੜੇ ਪੰਜਾਬੀ ਬੋਲਣ ਵਾਲੇ ਸਮਝਣ ਵਾਲੇ ਨੇ ਉਹਨਾਂ ਨੂੰ ਵੀ ਬਰਕਤ ਮਿਲੇਗੀ। ਉਰਦੂ ਦੀ ਤਾਂ ਬਹੁਤ ਸਾਰੀ ਵੀਡੀਓਜ਼ ਆ ਗਈਆਂ ਨੇ। ਅੱਜ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂਗਾ ਕਿ ਤੁਸੀਂ ਕਦੇ ਨੋਟ ਕੀਤਾ ਹੈ ਕਿ ਜਦੋਂ ਸ਼ੇਰ ਤਾਕਤਵਰ ਹੁੰਦਾ ਨਾ, ਆਪਣੀ ਤਾਕਤ ਦੇ ਵਿੱਚ ਘੁੰਮ ਰਿਹਾ ਹੁੰਦਾ ਤੇ ਉਹ ਜਿਹੜੇ ਲੱਗੜ ਬੱਗੇ ਹੁੰਦੇ ਨੇ ਨਾ, ਜਿਹਨਾਂ ਹਾਈਨਾ ਕਹਿੰਦੇ ਨੇ, ਉਹ ਕੀ ਹੁੰਦਾ ਹੈ ਕਿ ਉਹ ਹਮਲਾ ਨਹੀਂ ਕਰਦੇ ਸ਼ੇਰ 'ਤੇ। ਉਹ ਕਦੇ ਵੀ ਨਹੀਂ, ਉਹ ਦੂਰੋਂ ਵੇਖਣਗੇ ਉਹਨੂੰ ਔਰ ਸ਼ਿਕਾਰ ਵੀ ਮਾਰੇਗਾ ਤੇ ਉਹ ਵਿੱਚ ਇੰਟਰਵੀਨ ਨਹੀਂ ਕਰਨਗੇ, ਉਹਨੂੰ ਫੜਨ ਦੀ ਕੋਸ਼ਿਸ਼ ਨਹੀਂ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸ਼ੇਰ ਦੇ ਨਾਲ ਪੰਗਾ ਨਹੀਂ ਲੈਣਾ, ਸ਼ੇਰ ਦੇ ਨਾਲ ਜਿਹੜਾ ਨਾ ਕੋਈ ਐਸਾ ਕੰਮ ਨਹੀਂ ਕਰਨਾ, ਕਿਉਂਕਿ ਸ਼ੇਰ ਜਿਹੜਾ ਨਾ ਤਾਕਤ ਹੈ। ਲੇਕਿਨ ਕਦੀ ਇਹੋ ਜਿਹਾ ਦਿਨ ਆਵੇ ਜਿਹਦੇ ਵਿੱਚ ਸ਼ੇਰ ਥੋੜ੍ਹਾ ਜ਼ਖਮੀ ਹੋ ਜਾਏ ਜਾਂ ਕਿਸੇ ਗੱਲ ਨਾਲ ਕਮਜ਼ੋਰ ਹੋ ਜਾਏ ਤੇ ਫੌਰਨ ਉਹ ਹਮਲਾ ਕਰਦੇ ਨੇ। ਉਹ ਸ਼ੇਰ 'ਤੇ ਹਮਲਾ ਨਹੀਂ ਕਰਦੇ, ਉਹਦੀ ਕਮਜ਼ੋਰੀ 'ਤੇ ਹਮਲਾ ਕਰਦੇ ਨੇ। ਸ਼ੇਰ, ਉਹਨਾਂ ਨੂੰ ਪਤਾ ਹੈ ਕਿ ਜਦੋਂ ਤਾਕਤ 'ਚ ਉਦੋਂ ਵੀ ਸ਼ੇਰ ਹੈ, ਜਦੋਂ ਕਿਸੇ ਗੱਲ ਨਾਲ ਕਮਜ਼ੋਰੀ 'ਚ ਆਇਆ ਉਦੋਂ ਵੀ ਸ਼ੇਰ ਹੀ ਹੈ। ਲੇਕਿਨ ਔਰ ਉਹਨਾਂ ਨੂੰ ਆਪਣਾ ਵੀ ਪਤਾ ਹੈ ਕਿ ਉਹ ਵੀ ਜਿਹੜੇ ਨੇ ਲੱਗੜ ਬੱਗੇ ਹੀ ਨੇ, ਠੀਕ ਹੈ ਨਾ, ਉਹ ਕਦੀ ਵੀ ਸ਼ੇਰ ਨਹੀਂ ਬਣ ਸਕਦੇ। ਲੇਕਿਨ ਕੀ ਗੱਲ ਹੈ ਕਿ ਜਦੋਂ ਕਈ ਦਫਾ ਕਮਜ਼ੋਰੀ ਆਉਂਦੀ ਨਾ, ਉਹਦੇ ਵਿੱਚ ਫਿਰ ਹਾਈਨਾ ਜਿਹੜੇ ਹੁੰਦੇ ਨੇ ਨਾ, ਜਿਹੜੇ ਲੱਕੜ ਬੱਗੇ ਹੁੰਦੇ ਨੇ, ਉਹ ਹਮਲਾ ਕਰਦੇ ਆ। ਤੇ ਕਮਜ਼ੋਰੀ ਦੇ ਵਿੱਚ ਲੋਕੀ ਹਮਲਾ ਕਰਨਗੇ, ਕਦੀ ਵੀ ਜਿਹੜਾ ਨਾ ਤੁਹਾਡੇ ਤੇ ਤਾਕਤ ਦੇ ਵਿੱਚ ਹਮਲਾ ਨਹੀਂ ਕਰ, ਇੰਨੀ ਜ਼ਰੂਰਤ ਨਹੀਂ ਹੋਏਗੀ। ਤੇ ਤੁਸੀਂ ਆਪਣੀ ਤਾਕਤ ਨੂੰ ਰੈਕਗਨਾਈਜ਼ ਕਰੋ, ਤਾਕਤ ਨੂੰ ਲੈ ਕੇ ਚੱਲੋ, ਕਦੀ ਆਪਣੀ ਤਾਕਤ ਦੇ ਉੱਤੇ ਸ਼ੱਕ ਨਾ ਕਰੋ। ਔਰ ਸਾਡੀ ਤਾਕਤ ਕੀ ਹੈ, ਸਾਡੀ ਕੂਵਤ ਕੀ, ਸਾਡੀ ਕੂਵਤ ਦਾ ਸਿੰਘ ਜਿਹੜਾ ਹੈਗਾ ਨਾ, ਬਾਈਬਲ ਲਿਖਿਆ ਕੂਵਤ ਦਾ ਸਿੰਘ, ਕੂਵਤ ਦਾ ਸਿੰਘ ਜਿਹੜਾ ਹੈ ਉਹ ਖੁਦਾਵੰਦ, ਖੁਦਾ ਦੀ ਹਜ਼ੂਰੀ ਹੈ, ਖੁਦਾ ਦੀ ਦੁਆ ਹੈ, ਖੁਦਾ ਦਾ ਕਲਾਮ ਹੈ। ਇਹ ਸਾਡੀ ਤਾਕਤ, ਇਹ ਸਾਡਾ ਜਿਹੜਾ ਨਾ ਢਾਲ ਹੈ, ਸਿਪਰ ਹੈ, ਸਾਨੂੰ ਛੁਪਾਉਂਦੀ ਹੈ। ਇਹ ਚੀਜ਼ ਜਿਹੜੀ ਨਾ ਸਾਡੇ ਹੱਕ ਦੇ ਵਿੱਚ ਹੈਗੀ ਹੈ। ਤੇ ਅਗਰ ਕੋਈ ਹਮਲਾ ਕਰੇਗਾ ਨਾ ਤਾਂ ਇਹ ਦੇਖੋ ਕਿ ਉਹ ਤੁਹਾਡੀ ਹੈਸੀਅਤ ਨੂੰ ਨਹੀਂ ਘਟਾ ਸਕਦਾ। ਤੁਸੀਂ ਫਿਰ ਵੀ ਸ਼ੇਰ ਹੀ ਜੇ, ਔਰ ਜਿਹੜੀ ਕਮਜ਼ੋਰੀ ਉਹਦੇ 'ਤੇ ਲੋਕੀ ਹਮਲਾ ਕਰਨਗੇ। ਔਰ ਹਮੇਸ਼ਾ ਸਾਡਾ ਕੀ ਹੋਣਾ ਚਾਹੀਦਾ ਕਿ ਅਸੀਂ ਉਹਦੇ ਰਿਸਪੌਂਡ ਹੀ ਨਾ ਕਰੀਏ, ਉਹਦੀ ਫਿਕਰ ਹੀ ਨਾ ਕਰੀਏ, ਕਿਉਂਕਿ ਜਿਹੜਾ ਹਮਲਾ ਕਰਦਾ ਉਹ ਤੁਹਾਡੀ ਕਮਜ਼ੋਰੀ 'ਤੇ, ਉਹ ਤੁਹਾਡੇ ਕਿਰਦਾਰ 'ਤੇ ਹਮਲਾ ਕਿੰਝ ਕਰੇ, ਕਿਉਂਕਿ ਕਿਰਦਾਰ ਤਾਂ ਤੁਹਾਡਾ ਮਸੀਹ ਦੇ ਵਿੱਚ ਹੈਗਾ। ਲੇਕਿਨ ਕਈ ਦਫਾ ਹੁੰਦਾ ਕਿ ਓਬਵੀਅਸਲੀ ਅਸੀਂ ਵੀ ਰੂਹਾਨੀ ਜੰਗ 'ਚ ਗੁਜ਼ਰ ਰਹੇ ਹਾਂ, ਰੋਜ਼ ਜਿਹੜਾ ਨਾ ਸਾਨੂੰ ਸਟਰਗਲ ਕਰਨਾ ਪੈਂਦਾ ਤੇ ਕਦੇ ਨਾ ਕਦੇ ਇਨਸਾਨ ਕਮਜ਼ੋਰੀ 'ਚੋਂ ਵੀ ਗੁਜ਼ਰਦਾ। ਉਹਦੇ 'ਚ ਕੀ ਹੁੰਦਾ ਕਿ ਲੋਕੀ ਮੂੰਹ ਭਰ ਕੇ ਗੱਲਾਂ ਕਰਦੇ, ਲੋਕੀ ਤੁਹਾਨੂੰ ਜਿਹੜਾ ਨਾ ਡਿੱਗਣ ਦੀ ਕੋਸ਼ਿਸ਼ ਕਰਦੇ, ਲੋਕੀ ਤੁਹਾਨੂੰ ਭੈੜਾ ਕਹਿੰਦੇ ਨੇ, ਬੁਰਾ ਭਲਾ ਕਹਿੰਦੇ ਨੇ। ਲੋਕੀ ਜਿਹੜਾ ਨਾ ਕੋਈ ਐਸੀ ਗੱਲ ਹੋਏ ਜਿਹੜੀ, ਹੋ ਸਕਦਾ ਹੈ ਕਿ ਕਈ ਦਫਾ ਹਰ ਇਨਸਾਨ ਦੇ ਕੋਲੋਂ, ਲੋਕਾਂ ਕੋਲ ਗਲਤੀਆਂ ਵੀ ਨੇ, ਬੜਾ ਕੁਛ ਹੁੰਦਾ, ਲੇਕਿਨ ਲੋਕੀ ਕੀ ਕਰਦੇ ਨੇ ਕਿ ਐਸਾ ਕਰਦੇ ਨੇ। ਲੇਕਿਨ ਜਦੋਂ ਤੁਹਾਡੇ ਨਾਲ ਕਦੀ ਇੰਝ ਹੋਏ, ਤੁਸੀਂ ਕਦੀ ਇਸ ਚੀਜ਼ ਨੂੰ ਸਿਰ 'ਤੇ ਨਹੀਂ ਚੜ੍ਹਨ ਦੇਣਾ, ਤੁਸੀਂ ਕਦੀ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦੇਣਾ। ਤੁਸੀਂ ਆਪਣੀ ਤਾਕਤ 'ਤੇ ਜਿਹੜਾ ਤੁਹਾਨੂੰ ਕੂਵਤ ਤੇ ਜ਼ੋਰ ਬਖਸ਼ਦਾ ਹੈ, ਖੁਦਾਵੰਦ, ਖੁਦਾ ਦੀ ਜ਼ਾਤ, ਉਹਦੇ ਵੱਲ ਦੇਖਦੇ ਰਹੋ। ਲੇਕਿਨ ਕਿ ਆਪਣੇ ਕਾਮਿਲ ਕਰਨ ਵਾਲੇ ਮਸੀਹ ਵੱਲ ਤੱਕਦੇ ਰਹੋ, ਉਹਨੂੰ ਵੇਖਦੇ ਰਹੋ ਤੇ ਫਿਰ ਤੁਸੀਂ ਅੱਗੇ ਵਧੋਗੇ। ਕਿਉਂਕਿ ਜਿਹੜੇ ਲੋਕੀ ਇਹੋ ਜਿਹੇ ਹਮਲੇ ਕਰਦੇ ਨੇ ਉਹ ਆਪੀ ਥੱਕ ਹਾਰ ਕੇ ਡਿੱਗ ਡੁੱਬ ਜਾਣਗੇ, ਉਹਨਾਂ ਨੂੰ ਸਮਝ ਨਹੀਂ ਆਣੀ, ਕਿਉਂਕਿ ਸ਼ੇਰ ਹੀ ਰਹੇਗਾ, ਤਾਕਤ ਜਿਹੜੀ ਬਰਕਤ ਜਿਹੜੀ ਉਹ ਬਰਕਤ ਹੀ ਰਹੇਗੀ। ਔਰ ਅੱਜ ਹੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿ ਰਹੇ ਸਨ ਕਿ ਜਿਹੜੀ ਬੁਲਾਹਟ ਹੈ ਉਹ ਬੜੀ ਜ਼ਬਰਦਸਤ ਚੀਜ਼ ਹੈ। ਕਈ ਦਫਾ ਇੰਝ ਹੁੰਦਾ ਹੈ ਕਿ ਬੁਲਾਹਟ ਦੇ ਉੱਤੇ, ਤੁਹਾਡੀ ਖਿਦਮਤ 'ਤੇ ਲੋਕੀ ਹਮਲੇ ਕਰਨ ਦੀ ਕੋਸ਼ਿਸ਼ ਕਰਦੇ, ਲੇਕਿਨ ਬੁਲਾਹਟ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ। ਬਨੀ ਇਸਰਾਇਲ ਨੂੰ ਖੁਦਾ ਬਾਰ-ਬਾਰ ਮਾਫ਼ ਕਰ ਦਿੰਦਾ ਸੀ, ਗਲਤੀਆਂ ਵੀ ਉਹਨਾਂ ਕੋਲ ਹੁੰਦੀਆਂ, ਲੇਕਿਨ ਖੁਦਾ ਫਿਰ ਉਹਨਾਂ ਨੂੰ ਬਹਾਲ ਕਰਦਾ। ਕਿਉਂ? ਕਿਉਂਕਿ ਬੁਲਾਇਆ ਜਾਣਾ ਜਿਹੜਾ ਇਟਸੈਲਫ ਹੈ, ਬੁਲਾਹਟ ਇਟਸੈਲਫ ਜਿਹੜੀ ਹੈ, ਤੁਹਾਨੂੰ ਜਿਹੜਾ ਬੁਲਾਇਆ ਖੁਦਾ ਨੇ, ਤੁਹਾਡੇ 'ਤੇ ਰਹਿਮ ਕੀਤਾ, ਉਹ ਐਸੀ ਪਾਕ ਔਰ ਤਾਕਤਵਰ ਚੀਜ਼ ਹੈ ਕਿ ਉਹਨੂੰ ਝੁਟਲਾਇਆ ਨਹੀਂ ਜਾ ਸਕਦਾ। ਸਾਦਿਕ 7 ਦਫਾ ਵੀ ਡਿੱਗ ਪਵੇ ਤੇ ਫਿਰ ਖਲੋ ਜਾਂਦਾ ਹੈ, ਇਸ ਲਈ ਕਿ ਉਹ ਸਾਦਿਕ ਹੈ, ਉਹਦਾ ਸਟੇਟਸ ਹੀ ਸਾਦਿਕ ਵਾਲਾ, ਠੀਕ ਹੈ ਨਾ। ਤੇ ਇਸ ਲਈ ਕਦੀ ਘਬਰਾਉਣਾ ਨਹੀਂ ਹੈ, ਕਦੀ ਅਕਣਾ ਨਹੀਂ ਹੈ, ਥੱਕਣਾ ਨਹੀਂ ਹੈ ਤੇ ਝੱਕਣਾ ਵੀ ਨਹੀਂ ਹੈ। ਤੁਸੀਂ ਹਮੇਸ਼ਾ ਖੁਦਾ ਦੇ ਜ਼ੋਰ 'ਚ ਰਹੋ। ਖੁਦਾ ਨੂੰ ਕਹੋ ਕਿ ਖੁਦਾਵੰਦ ਤੂੰ ਮੇਰੀ ਕੂਵਤ ਬਣ, ਤੇ ਤੂੰ ਮੇਰਾ ਜ਼ੋਰ ਹੈ, ਮੇਰੀ ਸਿਪਰ ਹੈ, ਮੇਰੀ ਚਟਾਨ ਹੈ, ਮੇਰਾ ਉੱਚਾ ਬੁਰਜ ਹੈ, ਮੇਰਾ ਮੁਹਕਮ ਕਿਲ੍ਹਾ ਹੈ, ਮੇਰੇ ਲੁਕਣ ਦੀ ਥਾਂ ਹੈ, ਤੇ ਖੁਦਾਵੰਦ ਸਾਡਾ ਜਲਾਲ ਹੈ। ਤੇ ਤੁਸੀਂ ਪਰੇਸ਼ਾਨ ਨਹੀਂ ਹੋਣਾ। ਜ਼ਿੰਦਗੀ 'ਚ ਬੜੇ ਲੋਕੀ ਹਮਲੇ ਕਰਨਗੇ, ਲੋਕੀ ਤੁਹਾਨੂੰ ਅੱਖਾਂ 'ਚ ਭਰ ਕੇ ਦੇਖਦੇ, ਉਹ ਹਮੇਸ਼ਾ ਦੇਖਦੇ ਰਹਿਣਗੇ, ਔਰ ਜਦੋਂ ਦੇਖਣਗੇ ਕਿ ਕਿਤੇ ਕੋਈ ਕਮਜ਼ੋਰ ਲਮਹਾ ਆਇਆ, ਉਹ ਫੌਰਨ ਹਮਲਾ ਕਰ ਦੇਣਗੇ। ਤੁਹਾਡੇ ਕਈ ਦਫਾ ਬੜੇ ਸੱਜਣ ਤੇ ਮਿੱਤਰ ਤੇ ਐਸੇ ਲੋਕ ਜਿਹੜੇ ਮੂੰਹ ਨਾਲ ਤੁਹਾਡੇ ਨਾਲ ਬੜੇ ਮਿੱਥਦੇ ਨੇ, ਬੜੀ ਗੱਲਾਂ ਕਰਦੇ ਨੇ, ਤੁਹਾਡੇ ਨਾਲ ਬੜੀ ਵਾਅਦੇ ਕਰਦੇ ਨੇ, ਲੇਕਿਨ ਜਦੋਂ ਮੌਕਾ ਆਉਂਦਾ ਉਹੀ ਸਭ ਤੋਂ ਪਹਿਲੇ ਕਈ ਦਫਾ ਬੈਕ ਸਟੈਪ ਵੀ ਕਰ ਦਿੰਦੇ ਆ, ਉਹ ਕਮਰ ਦੇ ਵਿੱਚ ਜਿਹੜਾ ਨਾ ਛੁਰੀਆਂ ਵੀ ਪਾ ਦਿੰਦੇ ਆ। ਤੇ ਇਸ ਲਈ ਸਾਨੂੰ ਜਿਹੜਾ ਨਾ ਖੁਦਾਵੰਦ 'ਤੇ ਭਰੋਸਾ ਰੱਖਣਾ, ਕਿਸੇ ਇਨਸਾਨ ਦੇ ਮਗਰ ਨਾ ਲੱਗੋ, ਔਰ ਆਪਣੀ ਸਾਰੇ ਭਾਰ ਯਿਸੂ 'ਤੇ ਸੁੱਟੋ,
ਔਰ ਹਮੇਸ਼ਾ ਜਦੋਂ ਅੰਡਰ ਅਟੈਕ ਹੋਵੋ, ਜਦੋਂ ਤੁਸੀਂ ਤੁਹਾਡੇ ਹਮਲੇ ਦੇ ਅੰਦਰ ਹੋਵੋ, ਤੇ ਤੁਸੀਂ ਯਾਦ ਰੱਖੋ ਕਿ ਖੁਦਾਵੰਦ ਦਾ ਹੱਥ ਤੁਹਾਡੇ ਨਾਲ ਹੈ। ਖੁਦਾਵੰਦ ਤੁਹਾਨੂੰ ਬੜੀ ਬਰਕਤ ਦੇ। ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੇ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰਨਾ, ਤੇ ਇਹਨੂੰ ਸੇਫ ਵੀ ਕਰੋ, ਇਹਨੂੰ ਫੇਵਰੇਟ ਕਰ ਲਓ, ਔਰ ਕਦੀ ਜਦੋਂ ਮਾੜੇ ਹਾਲਾਤ ਹੋਣ ਤੇ ਤੁਸੀਂ ਇਹ ਵੀਡੀਓ ਲਾ ਕੇ ਖੋਲ ਕੇ ਸੁਣ ਲੈਣਾ, ਤੁਹਾਡੇ ਲਈ ਬਰਕਤ ਸਲਾਮਤੀ ਜਾਰੀ ਹੋਏਗੀ। ਆਮੀਨ। ਗॉड ब्लेस यू। ਆਮੀਨ।